अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ ਤੇ ਕਿਸਾਨ ਦੋਸਤੋ ਮੁੰਜੀ ਦੀ ਤਿਆਰੀ ਹੁੰਦੀ ਪਈ ਤੇ ਸਾਡੇ ਨਾਲ ਚਾਚਾ ਅਮੀਨ ਸਾਹਿਬ ਜਾਣੀ ਪਛਾਣੀ ਸ਼ਖਸੀਅਤ ਤੇ अस्सलाम वालेकुम ਚਾਚੂ ਜੀ। ਵਾਲੇਕਮ ਸਲਾਮ। ਕੀ ਹਾਲ ਚਾਲ ਨੇ? ਠੀਕ ਹੋ ਜੀ। ਤੇ ਕਿਸ ਚੀਜ਼ ਦੀ ਤਿਆਰੀ ਕਰਨ ਲੱਗੇ ਹੋ? ਆ ਦਹੀਂ ਲਾਣ ਹੈ। ਦਹੀਂ ਲਾਉਂਦੇ ਹੋ? ਹਾਂਜੀ। ਕਣਕ ਤਾਂ ਵਾਹਵਾ ਹੋ ਗਈ ਸੀ। ਕਣਕ ਵਾਵਾ ਹੋ ਗਈ ਪਰ ਅਗੂ ਰੇਟ ਕੋ ਨਹੀਂ ਆ। ਰੇਟ ਚ ਮਾਰੇ ਗਏ। ਰੇਟ ਤੋਂ ਮਾਰੇ ਗਏ ਮਾਰੇ ਗਏ ਰੇਟ ਤੋਂ। ਤੇ ਕਿੰਨਾ ਨੁਕਸਾਨ ਹੋਇਆ ਕਿੱਲੇ ਮਗਰੋਂ? ਕਿੱਲੇ ਮੂੰਹ ਤਾਂ ਮਤਲਬ 3 ਲੱਖ ਦਾ 2.5 ਲੱਖ ਦਾ ਨੁਕਸਾਨ ਹੋ ਗਿਆ। ਉਹ ਕਿਸ ਤਰੀਕੇ? ਉਹ ਮਤਲਬ ਜੇ ਪੂਰਾ ਰੇਟ ਹੁੰਦਾ 4000 ਹੈ ਹਾਂ ਤੇ 50-55 ਮਣ ਕਣਕ ਚੜਦੀ ਹੈ 60 ਮਣ ਤੇ ਉਹ ਨਾ ਮਤਲਬ ਉਹ ਪੈਸੇ ਵੱਧ ਜਾਂਦੇ ਨੇ। ਪੈਸੇ ਵੱਧ ਜਾਂਦੇ ਨੇ। ਹਾਂਜੀ ਤੇ ਉਹ ਥੱਲੇ ਰਹਿ ਗਏ ਜੀ ਐਤਕੀ ਤਾਂ ਕਿਸਾਨ ਦੇ ਪੱਲੇ ਸ਼ੈ ਹੀ ਕੋਈ ਨਹੀਂ। ਤੇ ਹਕੂਮਤ ਪੰਜਾਬ ਦਾ ਦੀ 5-5000 ਰੁਪਈਆ ਮੈਂ ਦੇ ਰਹੀ ਹਾਂ, ਹੈਲਪ ਕਰ ਰਹੀ ਹਾਂ ਕਿਸਾਨਾਂ ਦੀ। ਤੇ ਮੇਰਾ ਖਿਆਲ ਹੈ ਵੀ 5000 ਤੱਕ ਦੀ ਬੋਰੀ ਡੀਏਪੀ ਦੀ ਨਹੀਂ ਆਉਂਦੀ। ਨਹੀਂ ਜੀ 5000 ਨਾਲ ਕਿਤੇ ਡੀਏਪੀ ਦੀ ਬੋਰੀ ਆਉਂਦੀ। ਇਹ ਤਾਂ ਮਜ਼ਾਕ ਹੀ ਕੀਤਾ ਨੇ ਆਪਣੇ ਨਾਲ। ਹਾਂ ਉਹ ਸਾਡੇ 12000 ਦੀ ਕਿੰਨੇ ਦੀ 13000 ਦੀ ਬੋਰੀ ਹੈ। ਉਹ ਤੂੰ ਤਾਂ ਕੰਮ ਘਟਾ ਨਹੀਂ ਤੇ ਕਣਕ ਮਣੂ ਘਟ ਗਿਆ। ਉਹ ਕਣਕ ਆਪਣੀ ਹੈ ਨਾ ਜ਼ਿਮੀਦਾਰਾਂ ਦੀ। ਐਵੇਂ ਨਾ ਕਾਸ਼ਤਕਾਰਾਂ ਵੀ ਉਹ ਕਣਕ ਮਣੂ ਕੰਮ ਘਟ ਗਿਆ ਤੇ ਉਹ ਤੋਂ ਘਟਾ ਨਹੀਂ। ਹਰ ਸ਼ੈ ਹੋਵੇ ਮਹਿੰਗੀ ਆਦੀ ਮਰਜ਼ੀ ਦਾ ਉਹਨਾਂ ਦਾ ਰੇਟ ਹੁੰਦਾ ਸਾਰੀ ਗੱਲ ਹੁੰਦੀ ਤੇ ਕਿਸਾਨ ਦੇ ਪੱਲੇ ਕੋਈ ਸ਼ੈ ਨਹੀਂ। ਮਤਲਬ ਜਿਹੜਾ ਜ਼ਮੀਨ ਦਾ ਮਾਲਕ ਹੈ ਉਹਨੂੰ ਵੀ ਘਾਟਾ ਵੀ ਹੈ ਤੇ ਜਿਹੜਾ ਠੇਕੇਦਾਰ ਹੈ ਉਹ ਵਿਚਾਰਾ ਤੇ ਬਾਂਡੇ ਵੇਚ ਤੇ ਵੀ ਨਸ ਗਿਆ ਬਲਕਿ ਜਾਨ ਛੁਡਾ ਗਿਆ। ਹਾਂਜੀ ਤੇ ਹੁਣ ਮੈਨੂੰ ਦੱਸੋ ਵੀ ਅਗਲੇ ਸਾਲ ਕੀ ਬਣੇਗਾ? ਕਣਕ ਕਿੰਨੀ ਕੁ ਲਾਓਗੇ? ਅਗਲੇ ਸਾਲ ਵੇਖੇ ਜਾ ਕਣਕ ਕੋ ਖਾਣ ਜੋ ਵੀ ਲਾ ਲੈ ਸਾ ਬਾਕੀ ਛੋਲੇ ਗਾਲ ਲੈ ਸਾਗ ਹੋਰ ਸ਼ੈ ਗਾਲ ਲੈ ਸੰਜੀ ਤੇ ਜਿਹੜੀ ਪੱਕ ਗਈ ਤੇ 8-9000 ਰੁਪਏ ਦੇ ਛੋਲਿਆਂ ਦਾ ਵੀ ਰੇਟ ਹੈਗਾ। ਉਹਦਾ ਰੇਟ ਹੈਗਾ ਤੇ ਕਨੌਲਾ ਜਿਹੜਾ ਹੈ ਉਹ ਵੀ 6-7000 ਰੇਟ ਹੈ। 6-7000 ਤੇ ਮੇਰਾ ਖਿਆਲ ਹੈ ਵੀ ਉਹਨਾਂ ਦੇ ਖਰਚਾ ਵੀ ਘਾਟਾ ਆਉਂਦਾ ਹੈ, ਖਾਸ ਕਰਕੇ ਛੋਲਿਆਂ ਤੇ ਪਾਣੀ ਵੀ ਨਹੀਂ ਲੱਗਦਾ। ਉਹਨੂੰ ਡੀਏਪੀ ਵੀ ਕੁਛ ਵੀ ਨਹੀਂ ਲੋੜ ਹੀ ਨਹੀਂ ਪੈਂਦੀ ਤੇ ਕਣਕ ਨਾਲ ਫਿਰ ਉਹ ਛੋਲੇ ਹੀ ਚੰਗੇ ਨੇ। ਹਾਂ ਛੋਲੇ ਹੀ ਚੰਗੇ ਨੇ ਜੀ। ਤੇ ਕਣਕ ਤਾਂ ਮੇਰਾ ਖਿਆਲ ਹੈ ਵੀ ਜ਼ਿਆਤੀ ਹੈ। ਅੱਛਾ ਮੈਨੂੰ ਇਹ ਦੱਸੋ ਵੀ ਹਕੂਮਤ ਜਿਸ ਤਰੀਕੇ ਆਪਣੇ ਕੋਲ ਕਣਕ ਦਾ ਰੇਟ ਹੋਇਆ ਹੈ, ਹਾਂਜੀ ਇਹ ਖਾਦਾਂ ਦਾ ਰੇਟ ਹੈ, ਚੀਨੀ ਦਾ ਰੇਟ ਹੈ, ਟਰੈਕਟਰਾਂ ਦੀ ਕੀਮਤਾਂ, ਜ਼ਰਾਈ ਇਲਾਜ ਦੀ ਕੀਮਤਾਂ ਉਹ ਕਿਉਂ ਨਹੀਂ ਘਟਾਉਂਦੇ? ਉਹ ਤਾਂ ਹੀ ਚੜ ਗਈਆਂ। ਉਹ ਵੀ ਜ਼ਿਆਦਾ ਹੋਰ ਉਹਨਾਂ ਮਹਿੰਗਾਈ ਕਰ ਦਿੱਤੀ। ਉਹ ਆਦੀ ਮਰਜ਼ੀ ਨਾਲ ਸੌਦਾ ਵੇਚਣਾ। ਚੀਨੀ ਕਿੱਥੇ ਖੜੀ ਹੈ? 200 ਨੂੰ ਹੀ ਖੜੀ ਹੈ। ਮਕਸਦ ਹੈ ਵੀ ਕਾਸ਼ਤਕਾਰ ਦੇ ਪੱਲੇ ਸ਼ੈ ਕੋਨੇ। ਕਾਸ਼ਤਕਾਰ ਦੇ ਪੱਲੇ ਤੇਰਾ ਜ਼ਿਮੀਦਾਰ ਕਿਤੇ ਆਦੀ ਜ਼ਮੀਨ ਹੈ ਉਹ ਬੱਚੋ ਮੁੱਠੀ ਵੀਟ ਤੇ ਬਹਿ ਜਾਸੀ ਵੀ ਨਹੀਂ ਹੈਗਾ ਕੋਈ ਸ਼ੈ। ਸਹੀ ਬਾਤ ਹੈ। ਅੱਗੂ ਲਈ ਨਹੀਂ ਜਾਂਦੀ ਬੀੜੀ ਉਹਦੇ ਤੇ ਖਰਚਾ ਕਰਨ ਵਾਸਤੇ ਵਾਹੀ ਵਾਸਤੇ। ਤੇ ਮਤਲਬ ਤੁਹਾਡੇ ਮੁਤਾਬਕ ਜਿਹੜਾ ਹੈ ਨਾ ਅਗਰ 50 ਮਣ ਹੁੰਦਾ ਤੇ 4 ਦਾ ਰੇਟ ਹੈ ਤੇ 2 ਲੱਖ ਬਣ ਜਾਣਾ ਸੀ। ਤੇ ਜੇਕਰ 60 ਮਣ ਹੁੰਦੇ ਤੇ ਫਿਰ ਮਜ਼ੀਦ ਜਿਹੜਾ ਨਾ 2 ਤੋਂ ਉੱਤੇ ਹੋ ਜਾਣੇ ਸਨ। ਤੇ ਹੁਣ ਉਹ ਜਿਹੜੇ ਪੈਸੇ ਉੱਤੇ ਜਾਣੇ ਸਨ ਉਹ ਸਾਰੇ ਜਨਾਬ ਅੱਧਿਆਂ ਨਾਲ ਵੀ ਘਟ ਗਏ ਨੇ। ਘਟ ਗਏ ਤੇ ਸਾਰਾ ਘਾਟਾ ਹੀ ਹੈ। ਤੇ ਅਗਰ 80-90,000 ਦਾ ਕਿੱਲਾ ਜਾਂ ਲੱਖ ਦਾ ਹੋਇਆ ਹੈ ਤੇ ਉਹਨਾਂ ਆਪਾਂ ਖਰਚਾ ਕਰ ਦਿੱਤਾ ਹੈ। ਤੇ ਜੇ ਅਗਰ ਆਪਾਂ ਠੇਕਾ ਲੱਖ ਦੇਣਾ ਹੈ 6 ਮਹੀਨਿਆਂ ਦਾ, ਵੈਸੇ ਤਾਂ ਠੇਕਾ ਜਿਹੜਾ ਹੈਗਾ 1.5 ਲੱਖ ਬਣਦਾ 7 ਮਹੀਨਿਆਂ ਦੀ ਫਸਲ ਤੇ 7 ਮਹੀਨਿਆਂ ਦੇ ਤੇ ਲੱਖ ਡੇਢ ਸਵਾ ਇਹ ਹੋ ਗਿਆ। ਮਤਲਬ ਨੁਕਸਾਨ ਕੋਈ ਲੱਖ ਮੁਨਾਫੇ ਵਾਲਾ ਹੋ ਗਿਆ ਤੇ 2-2.5 ਲੱਖ ਰੁਪਇਆ ਕਿੱਲੇ ਮਗਰੋਂ ਨੁਕਸਾਨ ਹੋ ਗਿਆ। ਹਾਂਜੀ ਤੇ ਅੱਲਾ ਖੈਰ ਕਰਦੀ। ਹੁਣ ਆਪਾਂ ਅੱਲਾ ਫੇਰਦੇ ਪਏ ਆ, ਡਿਸਕਾਂ ਨਹੀਂ ਫੇਰੀਆਂ ਨੇ। ਨਹੀਂ ਡਿਸਕਾਂ ਨਹੀਂ ਫੇਰੀਆਂ ਬਸ ਠੀਕ ਹੈ। ਡਿਸਕਾਂ ਤੇ ਵੀ ਖਰਚਾ ਹੋਰ ਹੁੰਦਾ ਹੈ। ਅੱਛਾ ਇਹ ਹੱਲ ਕੈਸੇ ਚੱਲਦੇ ਪਏ? ਹਾਲ ਮਾਸ਼ਾਅੱਲਾ ਚੰਗੇ ਨੇ। ਮੈਂ ਠੀਕ ਹੈ। ਠੋਸ ਹੱਲ ਇਹਨਾਂ ਬਾਰੇ ਦੇ, ਜਾ ਠੋਸ ਹੱਲ ਨੇ ਹਾਂ ਠੋਸ ਹੈ। ਤੇ ਚੰਗਾ ਛਿਕਦੇ ਪਏ ਹਾਂਜੀ ਨੇ। ਹਾਂਜੀ ਅੱਪੜ ਜੀ ਫੇਰੀ ਆਨੇ ਹੈ। ਜੀ ਇਹ ਬੜਾ ਵਾਰੇ ਜਨੋ। ਇਹ ਚੰਗੀ ਕੰਪਨੀ ਹੈ। ਹਾਂਜੀ ਹਾਂਜੀ ਬੜੀ ਕੰਪਨੀ ਹੈ। ਇਹ ਮਲਟੀਲੇਜ਼ਰ ਵਾਲਿਆਂ ਦੇ ਹੈਗੇ ਨੇ ਦੀਪਾਲਪੁਰ ਦੇ। ਮੇਰੇ ਕੋਲ ਹਾਲੀ ਟਰੈਕਟਰ ਕੋਲ ਮੈਂ ਇਹ ਲੈ ਹੀ ਲਵਾਂ ਮੈਂ। ਅੱਲਾਹ ਤਾਲਾ ਟਰੈਕਟਰ ਵੀ ਦੇਵੇਗਾ ਤਾਂ ਆਪਾਂ ਹੱਲ ਵੀ ਲੈ ਲਵਾਂਗੇ ਇਨਸ਼ਾਅੱਲਾ। ਆਓ ਦੋਸਤੋ ਤੁਹਾਨੂੰ ਪਰਫਾਰਮੈਂਸ ਵਿਖਾਈਏ ਜਨਾਬ 375 ਤੇ ਮਲਟੀਲੇਜ਼ਰ ਸੋਲੂਸ਼ਨ ਵਾਲਿਆਂ ਦੇ ਹੱਲ ਤੇ ਕਮਾਲ ਦੀ ਪਰਫਾਰਮੈਂਸ ਹੈ। ਅੰਦਾਜ਼ਾ ਲਾ ਲਓ ਇੱਕ ਹੱਲ ਵੱਜਿਆ ਪਿਆ ਤਾਂ ਇੰਝ ਲੱਗਦਾ ਜਨਾਬ ਨਾ ਜਿਵੇਂ ਦੌਰ ਲੱਗੀ ਪਈ ਹੈ।
ਅੱਪੜ ਜ਼ਮੀਨ ਦੇ ਬਈ ਵੱਟ ਕੱਢੇ ਖੜੇ ਨੇ ਮਾਸ਼ਾਅੱਲਾ ਮਲਟੀਲੇਜ਼ਰ ਸੋਲੂਸ਼ਨ ਵਾਲੇ ਦੋਸਤਾਂ ਦੇ ਹਾਲੇ ਤੇ ਹਾਈਬ੍ਰਿਡ ਮੁੰਜੀ ਦੀ ਕਾਸ਼ਤ ਸਾਡੇ ਪਾਸੇ ਸ਼ੁਰੂ ਤੇ ਨਾਲ ਹੀ ਰਿਫਾਈਨਾਂ ਦੀ ਤੇ ਅੱਗੇ ਵੇਖਨੇ ਆ ਵੀ ਕੀ ਬਾਹ ਬਣੀਂਦੀ ਹੈ ਜਨਾਬ ਜ਼ਮੀਂਦਾਰ ਕਿਸਾਨ ਵੀਰ ਭਰਾਵਾਂ ਨਾਲ। ਤੇ ਕਣਕ ਜਿਹੜੀ ਹੈ ਪਿਛਲੇ 2-3 ਸਾਲ ਤੋਂ ਜ਼ਮੀਂਦਾਰ ਖਸਾਰੇ 'ਚ ਹੈ, ਫਸਲਾਂ ਦਾ ਰੇਟ ਅੱਛਾ ਨਹੀਂ ਮਿਲਿਆ ਤੇ ਬਾਸ ਦੋਸਤ ਜਿਹਨਾਂ ਨੂੰ ਅਲਫਬੇ ਦਾ ਹੀ ਨਹੀਂ ਪਤਾ ਜ਼ਮੀਂਦਾਰੇ ਦਾ ਜਾਂ ਕਣਕ ਦੇ ਬਾਰੇ ਨਹੀਂ ਪਤਾ, ਕਿਸੇ ਫਸਲ ਦੇ ਬਾਰੇ ਨਹੀਂ ਪਤਾ, ਤੇ ਉੱਥੇ ਬਹਿ ਕੇ ਮੁਖਤਲਿਫ ਲੋਕ ਜਿਹੜੇ ਨਾ ਜਿਹੜੇ ਦਫ਼ਤਰਾਂ 'ਚ ਬਹਿਣ ਵਾਲੇ ਔਰ ਕਮੈਂਟ ਕਰਦੇ ਨੇ ਚਾ ਬਈ ਜ਼ਮੀਂਦਾਰ ਟੈਕਸ ਨਹੀਂ ਦਿੰਦਾ। ਤੇ ਮੈਂ ਉਹਨਾਂ ਨੂੰ ਦੱਸਦਾ ਚੱਲਾਂ ਵੀ ਅੱਲਾ ਦੇ ਬੰਦੇ ਹੋ, ਜ਼ਮੀਂਦਾਰ ਅੱਜ ਜਦੋਂ ਟਰੈਕਟਰ ਖਰੀਦਣ ਜਾਂਦਾ ਇਹਦੇ 'ਤੇ ਵੀ ਟੈਕਸ ਭਰਦਾ ਹੈ। ਅਗਰ ਟਾਇਰਾਂ ਦੀ ਲੋੜ ਪੈ ਜਾਵੇ ਉਹਦੇ 'ਤੇ ਵੀ ਟੈਕਸ ਭਰ ਕੇ ਆਉਂਦਾ ਹੈ। ਜਦੋਂ ਇਹਦੇ 'ਚ ਡੀਜ਼ਲ ਪਵਾਉਣੇ ਉਹਦੇ 'ਤੇ ਵੀ ਟੈਕਸ ਪੇ ਕਰਨੇ ਹੈ। ਜ਼ਰਾਈ ਆਲਾਤ ਖਰੀਦਣੇ ਹੈ, ਬਿਸਥਾਂ ਹੱਲ, ਚੀਜ਼ਲ, ਥ੍ਰੈਸ਼ਰ, ਕੋਈ ਵੀ ਜ਼ਰਾਈ ਆਲਾਤ ਖਰੀਦਣੇ ਹੈ ਉਹਦੇ 'ਤੇ ਵੀ ਟੈਕਸ ਭਰਨੇ ਹੈ। ਉਸ ਦੇ ਨਾਲ ਮੈਂ ਉਸ ਵੀਰ ਭਰਾ ਨੂੰ ਸਪੈਸ਼ਲ ਆਖਦਾ ਜਾਵਾਂ ਜਿਸ ਤਰੀਕੇ ਕਿਸਾਨ ਵੀਰ ਭਰਾ ਖਾਦ ਲੈਂਦੇ ਨੇ, ਸਪਰੇਅ ਲੈਂਦੇ ਨੇ, ਉਹਦੇ ਉੱਪਰ ਵੀ ਟੈਕਸ ਪੇ ਕਰਦੇ ਹੈਗੇ ਨੇ। ਕੋਈ ਐਸੀ ਸ਼ੈ ਨਹੀਂ ਜਿਹਦੇ ਉੱਪਰ ਕਿਸਾਨ ਟੈਕਸ ਨਹੀਂ ਭਰਦਾ। ਜ਼ਮੀਨ ਤੇ ਟੈਕਸ ਦਿੰਦੇ ਨੇ। ਆ ਬਿਆਨਾ ਜਿਹੜਾ ਮਾਮਲਾ ਪਹਿਲੇ 100-125 ਰੁਪਈਆ ਆਉਂਦਾ ਸੀ, ਪਿਛਲੇ 2 ਸਾਲਾਂ ਤੋਂ 300 ਆਉਂਦਾ ਪਿਆ। ਇਸ ਵਾਰੀ ਉਹਨਾਂ ਆਖ ਦਿੱਤਾ ਵੀ ਅਸੀਂ 2000 ਕਿੱਲੇ ਮਗਰੂ ਲਵਾਂਗੇ। ਤੇ ਜਦੋਂ ਕਿਸਾਨ ਜਿਹੜਾ ਹੈ ਗੱਲਾ ਮੰਡੀ 'ਚ ਲਿਜਾਂਦਾ ਆਪਣੀ ਫਸਲ 3-4% ਜਿਹੜਾ ਉੱਥੇ ਕੱਟਿਆ ਜਾਂਦਾ ਹੈ। ਤੇ ਬੈਂਕ 'ਚ ਜਦੋਂ ਕੋਈ ਲੱਖ ਰੁਪਈਆ ਲੈਂਦਾ ਹੈ ਤੇ 500-600 ਰੁਪਈਆ ਲੱਖ ਮਗਰੂ ਉੱਥੇ ਕੱਟਿਆ ਜਾਂਦਾ ਹੈ। ਤੇ ਮੇਰਾ ਖਿਆਲ ਹੈ ਵੀ ਜਿੰਨੇ ਟੈਕਸ ਜ਼ਮੀਂਦਾਰ ਕਿਸਾਨ ਪੇ ਕਰਦਾ ਹੈ ਉਹਨੇ ਟੈਕਸ ਕੋਈ ਸਰਮਾਇਆਕਾਰ ਨਹੀਂ ਪੇ ਕਰਦਾ, ਕੋਈ ਮਿਲ ਮਾਫੀਆ ਨਹੀਂ ਪੇ ਕਰਦਾ, ਸਿਰਫ ਜ਼ਮੀਂਦਾਰ ਕਿਸਾਨ ਹੀ ਪੇ ਕਰਦਾ ਹੈ। ਤੇ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਸਾਡੀ ਫਸਲ ਨੂੰ ਗਰਦਨ ਤੋਂ ਮਰੋੜ ਦਿੱਤਾ ਨੇ ਤੇ ਰੇਟ ਜਿਹੜਾ ਹੈ ਨਾ 4000 ਤੋਂ 2000 ਕਰ ਦਿੱਤਾ ਨੇ। ਤੇ ਮੈਂ ਉਹਨਾਂ ਨੂੰ ਆਖਣਾ ਚਾਹਨਾ ਬਲਕਿ ਦੱਸਣਾ ਚਾਹਨਾ ਆ ਜਿਹੜੇ ਟਰੈਕਟਰ ਹੈਗੇ ਨੇ, ਖਾਦਾਂ ਹੈਗੀਆਂ ਨੇ, ਸਪਰੇਅ ਹੈਗੇ ਨੇ, ਉਸ ਤੋਂ ਇਲਾਵਾ ਜਿਹੜੀ ਖੁਰਾਕ ਹੈਗੀ ਹੈ ਖਾਸ ਕਰਕੇ ਚੀਨੀ ਹੈ, ਘੀ ਹੈ, ਸਰਫ ਸੋਡਾ, ਉਹਦਾ ਰੇਟ ਅੱਧ ਤੇ ਕਿਉਂ ਨਹੀਂ ਕੀਤਾ ਕਰਕੇ ਵਿਖਾਓ ਨਾ। ਐਂਡ ਤੇ ਬਹਾਨਾ ਬਣਾਉਂਦੇ ਨੇ ਵੀ 15 ਕਰੋੜ ਜਿਹੜੀ ਆਵਾਮ ਹੈ ਉਹ ਰੋਟੀ ਖਾਂਦੀ ਹੈ ਤੇ ਰੋਟੀ ਜਨਾਬ ਸਾਲਣ ਨਾਲ ਖਾਵੀਂਦੀ ਹੈ। ਸਾਲਣ ਬਣਾਵੀਂਦਾ ਤਾਂ ਉਹਦੇ 'ਚ ਘੀ ਪੈਂਦਾ, ਮਿਰਚਾਂ ਪੈਂਦੀਆਂ ਨੇ, ਹਰ ਸ਼ੈ ਪੈਂਦੀ ਹੈ। ਉਹਦਾ ਰੇਟ ਕਿਉਂ ਨਹੀਂ ਘਟਾਉਂਦੇ ਨੇ ਅੱਲਾ ਦੇ ਬੰਦਿਓ। ਤੇ ਜਦੋਂ ਕਿਸੇ ਹੋਟਲ 'ਤੇ ਜਾਓਗੇ ਉੱਥੇ ਜਨਾਬ ਰੋਟੀ ਦਾ ਤਾਂ ਰੇਟ ਚਲੋ ਘੱਟ ਲੱਗ ਜਾ ਸੀ, ਸਾਲਣ ਪਾਸੇ ਡੂਈ ਤੋੜ ਦਿੰਦੇ ਨੇ। ਤੇ ਬਾਕੀ 15 ਕਰੋੜ ਜਿਹੜੀ ਆਵਾਮ ਹੈ ਉਹ ਰੋਟੀ ਦੀਆਂ ਲਾਈਨਾਂ 'ਚ ਨਹੀਂ ਲੱਗਦੀ ਹੈਗੀ। ਰੋਟੀ ਚੰਦ ਬੰਦੇ ਹੀ ਲੈਂਦੇ ਹੈਗੇ ਨੇ। ਤੇ ਜਿਹੜੇ ਕਿਸਾਨ ਹੈਗੇ ਨੇ ਜਿਨ੍ਹਾਂ ਦਾ ਤਲਕ ਦਿਹਾਤਾਂ ਨਾਲ ਹੈ, 80% ਜਿਹੜੇ ਲੋਕ ਨੇ ਉਹ ਦਿਹਾਤਾਂ 'ਚ ਹੈਗੇ ਨੇ। ਤੇ ਉੱਥੇ ਜਨਾਬ ਰੋਟੀ ਜਿਹੜੀ ਹੈ ਹਰ ਕੋਈ ਗਰੀਬ ਬਣਾਉਂਦਾ ਹੈਗਾ ਤੇ ਉਹਨਾਂ ਨੂੰ ਬਾਕੀ ਸ਼ੈਵਾਂ ਦੀ ਵੀ ਲੋੜ ਹੁੰਦੀ ਹੈ, ਖਾਲੀ ਆਟੇ ਦੀ ਨਹੀਂ ਹੁੰਦੀ। ਤੇ ਬਾਕੀ ਸ਼ੈਵਾਂ ਵੀ ਜਨਾਬ ਸਸਤੀਆਂ ਕਰਕੇ ਵਿਖਾਓ, ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਆਖੇ ਲੱਗਦੇ ਨੇ ਜਾਂ ਹੜਤਾਲਾਂ ਕਰਦੇ ਨੇ। ਤੇ ਸਾਰੀ ਜ਼ਿਆਦਤੀ ਜ਼ਮੀਂਦਾਰ ਕਿਸਾਨ ਵੀਰ ਭਰਾਵਾਂ ਨਾਲ ਹੈ। ਤੇ ਅੱਲਾਹ ਤਾਲਾ ਹੀ ਖੈਰ ਕਰੇ, ਅੱਲਾਹ ਤਾਲਾ ਜਲਦੀ ਕੋਈ ਚੰਗਾ ਵਕਤ ਲਿਆਵੇਗਾ ਤੇ ਇਸ ਹਕੂਮਤ ਵੀ ਸਾਡੀ ਜਾਨ ਛੁੱਟੇਗੀ, ਕਿਉਂਕਿ ਇਸ ਹਕੂਮਤ ਨੇ ਕਿਸਾਨਾਂ ਨੂੰ ਬਰਬਾਦ ਹੀ ਕੀਤਾ ਹੈ, ਆਬਾਦ ਨਹੀਂ ਕੀਤਾ। ਤੇ ਉਸ ਦੇ ਨਾਲ ਜਨਾਬ ਜਿੰਨੇ ਵੀਰ ਭਰਾਵਾਂ ਦੀ ਪਿਛਲੇ ਸਾਲ ਫਸਲ ਮੁੰਜੀ ਦੀ ਖਰਾਬ ਹੋਈ ਹੈ ਤੇ ਉਹ ਵੀ ਰਹਿਨੁਮਾਈ ਕਰਨ ਵੀ ਕਿਉਂ ਖਰਾਬ ਹੋਈ ਹੈ, ਤੇ ਜਿਨ੍ਹਾਂ ਦੀ ਪੈਦਾਵਾਰ ਅੱਛੀ ਨਿਕਲੀ ਹੈ ਉਹ ਵੀ ਜਨਾਬ ਲਾਜ਼ਮੀ ਦੱਸਣ ਵੀ ਕਿਵੇਂ ਅੱਛੀ ਨਿਕਲੀ ਹੈ, ਤਾਂ ਕਿ ਜਿੰਨੇ ਵੀ ਕਿਸਾਨ ਵੀਰ ਭਰਾ ਹੈਗੇ ਨੇ ਅੱਗੇ ਤੋਂ ਆਪਣਾ ਜਿਹੜਾ ਹੈ ਨਾ ਹਿਸਾਬ ਕਿਤਾਬ ਸਿੱਧਾ ਕਰ ਲਵਣ ਤੇ ਆਪਣੀ ਕੀਮਤੀ ਰਾਏ ਲਾਜ਼ਮੀ ਦੇਵਣ ਤਾਂ ਕਿ ਸਾਡੀ ਫਸਲ ਬਿਹਤਰ ਹੋਵੇ। ਤੇ MF 375 65 ਕੰਪਨੀ ਦੇ ਟਾਇਰਾਂ ਨਾਲ ਤੇ ਮਲਟੀਲੇਜ਼ਰ ਸੋਲੂਸ਼ਨ ਵਾਲਿਆਂ ਦਾ ਹੱਲ ਤੇ ਬਹੁਤ ਹੀ ਕਮਾਲ ਦੀ ਪਰਫਾਰਮੈਂਸ। ਤੇ ਹੁਣ ਮੈਨੂੰ ਤਾਂ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।